Kanchan Outlook। ਕਈ ਵਾਰ ਮਨੁੱਖ ਬੜੀ ਚਲਾਕੀ ਕਰਦਾ ਹੈ। ਕੋਈ ਪਾਪ ਕਰਦਾ ਹੈ ਤੇ ਇਹ ਸੋਚਦਾ ਹੈ ਕਿ ਮੈਨੂੰ ਇਸ ਪਾਪ ਕਰਦੇ ਹੋਏ ਨੂੰ ਕਿਸੇ ਨੇ ਵੇਖਿਆ ਨਹੀਂ। ਜਦੋਂ ਕਿਸੇ ਨੇ ਵੇਖਿਆ ਨਹੀਂ ਤੇ ਇਸ ਪਾਪ ਦੀ ਮੈਨੂੰ ਸਜ਼ਾ ਨਹੀਂ ਮਿਲੇ। ਪੂਰਾ ਯਕੀਨ ਹੁੰਦਾ ਹੈ ਉਹਨੂੰ, ਤੇ ਉਹਦਾ ਯਕੀਨ ਝੂਠਾ ਨਹੀਂ ਹੁੰਦਾ। ਉਹਨੂੰ ਵਾਕਈ ਕਿਸੇ ਨੇ ਵੀ ਨਹੀਂ ਵੇਖਿਆ ਪਰ ਫਿਰ ਵੀ ਉਹਦੀ ਸਜ਼ਾ ਉਸੇ ਪਲ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਿਸ ਪਲ ਉਹਨੇ ਪਾਪ ਕਰ ਲਿਆ, ਪਾਪ ਕਮਾ ਲਿਆ। ਅਜਿਹਾ ਕਿਉਂ ਤੇ ਕਿਵੇਂ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 460ਵੇਂ ਅੰਗ ਦੀ ਗੁਰਬਾਣੀ ਦੇ ਰਾਹੀਂ ਅਸੀਂ ਜਾਣਾਂਗੇ। ਵੀਡੀਓ ਚੰਗੀ ਲੱਗੇ ਤੇ ਅੱਗੇ ਲੋਕਾਂ ਦੇ ਤੱਕ ਜ਼ਰੂਰ ਪਹੁੰਚਾ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਆਓ ਹੁਣ ਸ਼ੁਰੂਆਤ ਕਰੀਏ। ਫਾਥੋ ਮਿਰਗ ਜਿਵੇਂ ਪੇਖ ਰੈਣ ਚੰਦਰਾਇਣ। ਸ਼ਿਕਾਰੀਆਂ ਨੇ ਜਦੋਂ ਹਿਰਨ ਨੂੰ ਫੜਨਾ ਹੋਵੇ, ਰਾਤ ਦੇ ਵੇਲੇ ਜੰਗਲ ਦੇ ਵਿੱਚ ਜਾਂਦੇ ਨੇ। ਚੰਦ ਵਰਗਾ ਚਾਨਣ ਕਰਦੇ ਨੇ ਤੇ ਹਿਰਨ ਉਸ ਚਾਨਣ ਦੇ ਵੱਲ ਭੱਜਿਆ ਆਉਂਦਾ ਹੈ ਤੇ ਫੜਿਆ ਜਾਂਦਾ ਹੈ। ਫਾਥੋ ਮਿਰਗ ਜਿਵੇਂ ਪੇਖ ਰੈਣ ਚੰਦਰਾਇਣ। ਸੁੱਖੋਂ ਦੂਖ ਭਏ ਨਿਤ ਪਾਪ ਕਮਾਇਣ। ਜਿਵੇਂ ਸ਼ਿਕਾਰੀ ਵੱਲੋਂ ਕੀਤਾ ਹੋਇਆ ਉਹ ਚਾਨਣ ਵੇਖ ਕੇ ਹਿਰਨ ਫਸ ਜਾਂਦਾ ਹੈ, ਉਵੇਂ ਹੀ ਹੇ ਮਨੁੱਖ, ਸੁੱਖਾਂ ਵੱਲ ਭੱਜਦਾ ਭੱਜਦਾ ਤੂੰ ਵੀ ਦੁੱਖਾਂ ਦੇ ਜਾਲ ਵਿੱਚ ਫਸ ਜਾਂਦਾ। ਸੁੱਖ ਦੇ ਵਿੱਚੋਂ ਹੀ ਦੁੱਖ ਪੈਦਾ ਹੁੰਦਾ। ਜੇ ਸੁੱਖ ਹੈ ਤਾਂ ਹੀ ਦੁੱਖ ਹੈ, ਜੇ ਉੱਚਾ ਹੈ ਤਾਂ ਹੀ ਨੀਵਾਂ ਹੈ। ਜੇ ਸਮਤਲ ਹੋਵੇ ਤੇ ਅਸੀਂ ਕਿਸ ਪੁਆਇੰਟ ਨੂੰ ਉੱਚਾ ਕਵਾਂਗੇ ਤੇ ਕਿਹਨੂੰ ਨੀਵਾਂ। ਉਸੇ ਤਰ੍ਹਾਂ ਹੀ ਜੇਕਰ ਮਨੁੱਖ ਦੇ ਅੰਦਰ ਆਤਮਿਕ ਅਡੋਲਤਾ ਤੇ ਸਹਿਜ ਵਸਿਆ ਹੋਵੇ ਤਾਂ ਉਹ ਕਿਹੜੇ ਪਲ ਨੂੰ ਸੁਖੀ ਕਹੂਗਾ ਤੇ ਕਿਹੜੇ ਨੂੰ ਉਹਦੇ ਲਈ ਸੁੱਖ ਤੇ ਦੁੱਖ ਖਤਮ ਹੋ ਜਾਂਦੇ ਆ। ਦੋਨੋਂ ਹੀ ਖਤਮ ਹੋਣਗੇ ਤਾਂ ਹੀ ਕੰਮ ਸੂਤ ਆਊਗਾ। ਜੇ ਆਪਾਂ ਕਹੀਏ ਕਿ ਜ਼ਿੰਦਗੀ ਦੇ ਵਿੱਚੋਂ ਸਿਰਫ ਦੁੱਖ ਖਤਮ ਹੋ ਜਾਵਣ ਤਾਂ ਅਜਿਹਾ ਸੰਭਵ ਨਹੀਂ, ਕਿਉਂਕਿ ਸੁੱਖ ਦਾ ਦੂਜਾ ਪਹਿਲੂ ਹੈ ਦੁੱਖ। ਜਿੰਨਾ ਚਿਰ ਸਾਡੇ ਜੀਵਨ ਦੇ ਵਿੱਚ ਸੁੱਖ ਹੈ ਉਨਾ ਚਿਰ ਦੁੱਖ ਵੀ ਨਾਲ ਹੀ ਹੈ, ਕਿਉਂਕਿ ਹਰ ਉਹ ਪਲ ਜਦੋਂ ਅਸੀਂ ਸੁਖੀ ਨਹੀਂ ਮਹਿਸੂਸ ਕਰ ਰਹੇ ਤਾਂ ਇਹਦਾ ਮਤਲਬ ਦੁਖੀ ਮਹਿਸੂਸ ਕਰ ਰਹੇ। ਸੋ ਜਿਹੜੇ ਸੁੱਖਾਂ ਨੂੰ ਹਾਸਲ ਕਰਨ ਦੇ ਲਈ ਅਸੀਂ ਪਾਪ ਕਮਾਉਂਦੇ ਹਾਂ, ਉਹਨਾਂ ਸੁੱਖਾਂ ਦੇ ਵਿੱਚੋਂ ਹੀ ਦੁੱਖ ਉਤਪੰਨ ਹੋਣ। ਪਾਪਾਂ ਕਮਾਣੇ ਛੱਡੈ ਨਾਹੀਂ, ਲੈ ਚੱਲੇ ਘੱਤ ਗਲਾਵਿਆਂ। ਹੇ ਜੀਵ, ਤੂੰ ਪਾਪ ਕਰਨੇ ਛੱਡਦਾ ਨਹੀਂ। ਤੈਨੂੰ ਇਹ ਵੀ ਚੇਤਾ ਨਹੀਂ ਕਿ ਜਮਦੂਤ ਤੇਰੇ ਗਲ ਵਿੱਚ ਗੁਲਾਮਾਂ ਪਾ ਕੇ ਛੇਤੀ ਹੀ ਤੈਨੂੰ ਲੈ ਜਾਣ ਵਾਲੇ ਹਨ। ਹਰ ਚੰਦਿਆਉਰੀ ਦੇਖ ਮੂਠਾ, ਕੂੜ ਸੇਜਾਂ ਰਾਵਿਆ। ਤੂੰ ਆਕਾਸ਼ ਦੀ ਖਿਆਲੀ ਨਗਰੀ ਵਰਗੀ ਮਾਇਆ ਨੂੰ ਵੇਖ ਕੇ ਠੱਗਿਆ ਜਾ ਰਿਹਾ ਹੈ। ਤੂੰ ਇਸ ਠੱਗੀ ਰੂਪ ਸੇਜ ਨੂੰ ਆਨੰਦ ਨਾਲ ਮਾਣ ਰਿਹਾ ਹੈ। ਲਬ ਲੋਭ ਅਹੰਕਾਰ ਮਾਤਾ, ਗਰਭ ਭਇਆ ਸਮਾਇਣ। ਤੂੰ ਜੀਵ ਦੇ ਚਸਕੇ ਵਿੱਚ, ਮਾਇਆ ਦੇ ਲੋਭ ਵਿੱਚ, ਮਨ ਦੇ ਹੰਕਾਰ ਵਿੱਚ ਮਸਤ ਹੈ। ਤੂੰ ਸਦਾ ਹੀ ਹਉਮੈ ਦੇ ਵਿੱਚ ਲੀਨ ਟਿਕਿਆ ਰਹਿੰਦਾ ਹੈ। ਨਾਨਕ ਮਿਰਗ ਅਗਿਆਨ ਬਿਨਸੇ, ਨਾ ਮਿਟੇ ਆਵਣ ਜਾਇਆ। ਇਹ ਨਾਨਕ ਆਖ, ਇਹ ਜੀਵ ਹਰਨ ਆਤਮਿਕ ਜੀਵਨ ਵੱਲੋਂ ਬੇਸਮਝੀ ਦੇ ਕਾਰਨ ਆਤਮਿਕ ਮੌਤੇ ਹੀ ਮਰ ਰਹੇ ਹਨ। ਇਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਨਹੀਂ ਸਕਦਾ। ਮਿੱਠਾ ਮੱਖ ਮੂਆ ਕਿਉਂ ਲਾਏ ਉਡਾਰੀ। ਮੱਖੀਆਂ ਜੋ ਹਨ ਮਿੱਠੇ ਵੱਲ ਨੂੰ ਭੱਜੀਆਂ ਆਉਂਦੀਆਂ ਹਨ ਤੇ ਕਈ ਵਾਰ ਉਹ ਮਿੱਠਾ ਜੇਕਰ ਥੋੜ੍ਹਾ ਗਿੱਲਾ ਹੋਵੇ ਤੇ ਉਹਦੇ ਵਿੱਚ ਫਸ ਵੀ ਜਾਂਦੀ। ਮਿੱਠਾ ਮੱਖ ਮੂਆ ਕਿਉਂ ਲਾਏ ਉਡਾਰੀ। ਹੁਣ ਉਸ ਮਿੱਠੇ ਵੱਲ ਭੱਜੀ ਆਈ ਮੱਖੀ ਉਹਦੇ 'ਚ ਅਟਕ ਕੇ ਰਹਿ ਗਈ ਤੇ ਹੁਣ ਉਡਾਰੀ ਕਿਵੇਂ ਲਾਵੇ। ਹਸਤੀ ਗਰਤ ਪਿਆ ਕਿਉਂ ਤਰੀਐ ਤਾਰੀ। ਹਾਥੀ ਨੂੰ ਜਦੋਂ ਫੜਨਾ ਹੁੰਦਾ ਤਾਂ ਸ਼ਿਕਾਰੀ ਟੋਆ ਪੱਟ ਕੇ ਇੱਕ ਕਾਗਜ਼ ਦੀ ਜਾਂ ਨਕਲੀ ਜੀ ਕੋਈ ਹਥਨੀ ਵਰਗੀ ਸ਼ੇਪ ਉਹਦੇ 'ਚ ਬਣਾ ਦਿੰਦੇ ਨੇ। ਕਾਮ ਦੇ ਵਸ ਆਇਆ ਹਾਥੀ ਉਸ ਟੋਏ ਵੱਲ ਭੱਜਿਆ ਆਉਂਦਾ ਹੈ, ਹਥਨੀ ਵੱਲ ਭੱਜਿਆ ਆਉਂਦਾ, ਟੋਏ ਵਿੱਚ ਡਿੱਗ ਜਾਂਦਾ, ਫਸ ਜਾਂਦਾ। ਇਸੇ ਤਰ੍ਹਾਂ ਹੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੇ ਟੋਏ ਵਿੱਚ ਡਿੱਗ ਪੈਂਦਾ ਹੈ। ਕਿਉਂ ਤਰੀਐ ਤਾਰੀ। ਉਹ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਲੰਘੇ। ਤਰਨ ਦੁਹੇਲਾ ਭਇਆ ਖਿਨ ਮਹਿ, ਖਸਮ ਚਿੱਤ ਨਾ ਆਇਓ। ਤਰਨ ਦੁਹੇਲਾ ਭਇਆ, ਸੰਸਾਰ ਸਮੁੰਦਰ ਨੂੰ ਤਰਨਾ ਔਖਾ ਹੋ ਜਾਂਦਾ ਹੈ, ਕਿਉਂਕਿ ਕਦੇ ਮਾਲਕ ਪ੍ਰਭੂ ਤੇ ਚਿੱਤ ਦੇ ਵਿੱਚ ਆਇਆ ਹੀ ਨਹੀਂ। ਦੁੱਖਾਂ ਸਜਾਈ ਗਣਤ ਨਾਹੀਂ,
ਕੀਆ ਆਪਣਾ ਪਾਇਓ। ਵਿਕਾਰਾਂ ਦੇ ਵਿੱਚ ਡਿੱਗੇ ਹੋਏ ਮਨੁੱਖ ਨੂੰ ਇੰਨੇ ਦੁੱਖ ਵਾਪਰਦੇ ਹਨ, ਇੰਨੀ ਕੁ ਸਜ਼ਾ ਮਿਲਦੀ ਹੈ ਕਿ ਉਹਦਾ ਲੇਖਾ ਨਹੀਂ ਕੀਤਾ ਜਾ ਸਕਦਾ। ਹਰ ਪਲ ਦੁਖੀ ਹੈ, ਹਰ ਪਲ ਸਜ਼ਾ ਹੈ, ਪਰ ਉਹ ਆਪਣਾ ਕੀਤਾ ਹੀ ਭੁਗਤਦਾ ਹੈ। ਗੁੱਜਾ ਕਮਾਣਾ ਪ੍ਰਗਟ ਹੋਆ, ਈਤ ਉਤ ਹੈ ਖੁਆਰੀ। ਜਿਹੜਾ ਜਿਹੜਾ ਪਾਪ ਕਰਮ ਮਨੁੱਖ ਲੁਕ ਕੇ ਕਰਦਾ ਹੈ, ਆਖਰ ਨੂੰ ਉਹ ਉਗੜ ਹੀ ਪੈਂਦਾ ਹੈ। ਅਤੇ ਇਸ ਤਰ੍ਹਾਂ ਦਾ ਮਨਮੁਖ ਜੋ ਹੈ ਉਹ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਬੇਇੱਜ਼ਤੀ ਕਰਵਾਉਂਦਾ ਹੈ। ਪਾਪ ਜਦੋਂ ਮਨੁੱਖ ਨੇ ਕਰ ਲਿਆ, ਉਹਨੂੰ ਕਿਸੇ ਨੇ ਨਹੀਂ ਵੇਖਿਆ, ਪਰ ਉਹਦੇ ਆਪਣੇ ਅੰਤਰ ਆਤਮੇ ਨੇ, ਉਹਦੇ ਅੰਦਰ ਜੋ ਪ੍ਰਮਾਤਮਾ ਵਸਦਾ ਪਿਆ, ਉਹਨੇ ਤੇ ਵੇਖਿਆ। ਬੇਸ਼ੱਕ ਉਹਨੂੰ ਜਿੰਨਾ ਮਰਜ਼ੀ ਯਕੀਨ ਹੋਵੇ ਕਿ ਉਹਨੂੰ ਪਾਪ ਕਰਦੇ ਨੂੰ ਕਿਸੇ ਨੇ ਵੇਖਿਆ ਨਹੀਂ, ਪਰ ਉਹਦੇ ਅੰਦਰੋਂ ਉਹ ਡਰ ਕਦੇ ਵੀ ਜਾ ਨਹੀਂ ਸਕਦਾ। ਜਿਸ ਪਲ ਉਹਨੇ ਪਾਪ ਕਰ ਲਿਆ, ਉਸੇ ਪਲ ਉਹਦੇ ਅੰਦਰ ਡਰ ਬੈਠ ਜਾਂਦਾ ਹੈ ਕਿ ਲੱਗਦਾ ਤਾਂ ਹੈ ਵੀ ਮੈਨੂੰ ਕਿਸੇ ਨੇ ਵੇਖਿਆ ਨਹੀਂ, ਪਰ ਜੇ ਕਿਸੇ ਨੇ ਵੇਖਿਆ ਹੋਇਆ ਤਾਂ ਚਾਹ ਕੇ ਵੀ ਉਹ ਮਨੁੱਖ ਉਸ ਡਰ ਤੋਂ ਪਿੱਛਾ ਨਹੀਂ ਛੁਡਾ ਸਕਦਾ। ਦੂਜੀ ਵੱਡੀ ਗੱਲ, ਬੇਸ਼ੱਕ ਮਨੁੱਖ ਗਲਤ ਕੰਮ ਕਰ ਲਵੇ, ਪਾਪ ਕਰ ਲਵੇ, ਪਤਾ ਉਹਨੂੰ ਜ਼ਰੂਰ ਹੁੰਦਾ ਕਿ ਇਹ ਗਲਤ ਹੈ, ਇਸ ਖਿਆਲ ਤੋਂ ਵੀ ਉਹ ਪਿੱਛਾ ਨਹੀਂ ਛੁਡਾ ਸਕਦਾ। ਕਰ ਉਹ ਬੇਸ਼ੱਕ ਬੈਠਾ ਹੋਵੇ ਪਾਪ, ਪਰ ਉਸ ਪਾਪ ਨੂੰ ਉਹ ਪੁੰਨ ਨਹੀਂ ਮੰਨ ਸਕਦਾ। ਇਹ ਖਿਆਲ ਉਹਦੇ ਅੰਦਰ ਹਮੇਸ਼ਾ ਰਹੇਗਾ ਕਿ ਮੈਂ ਪਾਪ ਕੀਤਾ, ਮੈਂ ਗਲਤ ਕੰਮ ਕੀਤਾ, ਅਤੇ ਇਹ ਖਿਆਲ ਵੀ ਆਤਮਿਕ ਅਸ਼ਾਂਤੀ ਦਾ, ਸਜ਼ਾ ਦਾ ਕਾਰਨ ਬਣ। ਸੋ ਗੁੱਜਾ ਕਮਾਣਾ ਪ੍ਰਗਟ ਹੋਆ, ਜਿਹੜਾ ਲੁਕ ਕੇ ਕੀਤਾ ਪਾਪ ਹੈ ਉਹ ਵੀ ਉਗੜ ਪੈਂਦਾ ਹੈ ਅਤੇ ਬੇਇੱਜ਼ਤੀ ਦਾ ਕਾਰਨ ਬਣਦਾ ਹੈ, ਆਤਮਿਕ ਅਸ਼ਾਂਤੀ ਦਾ ਕਾਰਨ ਬਣਦਾ ਹੈ। ਨਾਨਕ ਸਤਿਗੁਰ ਬਾਝ ਮੂਠਾ ਮਨ ਮੁਖੋ ਅਹੰਕਾਰੀ। ਹੇ ਨਾਨਕ, ਆਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਹੰਕਾਰਿਆ ਹੋਇਆ ਮਨੁੱਖ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਵਿਕਾਰਾਂ ਹੱਥੀਂ ਆਪਣਾ ਆਤਮਿਕ ਜੀਵਨ ਲੁਟਾ ਬੈਠਦਾ ਹੈ। ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਨੀ, ਕੰਠ ਲਗਾਏ ਲੀਏ ਤਿਸ ਠਾਕੁਰ ਸ਼ਰਣੀ। ਹੇ ਭਾਈ, ਪ੍ਰਮਾਤਮਾ ਦੇ ਦਾਸ ਪ੍ਰਮਾਤਮਾ ਦੇ ਚਰਨੀ ਪੈ ਕੇ ਉੱਚੇ ਆਤਮਿਕ ਜੀਵਨ ਵਾਲੇ ਹੋ ਜਾਂਦੇ ਹਨ। ਉਸ ਮਾਲਕ ਪ੍ਰਭੂ ਦੀ ਸ਼ਰਨ ਦੇ ਵਿੱਚ ਉਹ ਜਾ ਪੈਂਦੇ ਨੇ। ਪ੍ਰਭੂ ਉਹਨਾਂ ਨੂੰ ਕੰਠ ਲਾ ਲੈਂਦਾ ਹੈ, ਆਪਣੇ ਗਲ ਨਾਲ ਲਾ ਲੈਂਦਾ ਹੈ। ਬਲ ਬੁੱਧ ਗਿਆਨ ਧਿਆਨ ਆਪਣਾ, ਆਪ ਨਾਮ ਜਪਾਇਆ। ਪ੍ਰਮਾਤਮਾ ਉਹਨਾਂ ਨੂੰ ਆਤਮਿਕ ਬਲ ਬਖਸ਼ਦਾ ਹੈ, ਉੱਚੀ ਅਕਲ ਬਖਸ਼ਦਾ ਹੈ, ਆਪਣੇ ਨਾਲ ਡੂੰਘੀ ਸਾਂਝ ਬਖਸ਼ਦਾ ਹੈ, ਆਪਣੇ ਵਿੱਚ ਉਹਨਾਂ ਦੀ ਸੁਰਤ ਜੋੜੀ ਰੱਖਦਾ ਹੈ ਅਤੇ ਉਹਨਾਂ ਪਾਸੋਂ ਆਪਣਾ ਨਾਮ ਜਪਾਉਂਦਾ ਹੈ। ਸਾਧ ਸੰਗਤ ਆਪ ਹੋਆ, ਆਪ ਜਗਤ ਤਰਾਇਆ। ਸਾਧ ਸੰਗਤ ਵਿੱਚ ਆਪ ਉਹਨਾਂ ਦੇ ਹਿਰਦੇ ਅੰਦਰ ਪ੍ਰਗਟ ਹੁੰਦਾ ਹੈ, ਆਪ ਹੀ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਰਾਖ ਲੀਏ ਰਾਖਣ ਹਾਰੈ, ਸਦਾ ਨਿਰਮਲ ਕਰਨੀ। ਨਾਨਕ ਨਰਕ ਨਾ ਜਾਏ ਕਬਹੂ, ਹਰ ਸੰਤ ਹਰ ਕੀ ਸ਼ਰਣੀ। ਹੇ ਨਾਨਕ, ਰੱਖਣਹਾਰ ਪ੍ਰਮਾਤਮਾ ਆਪਣੇ ਸੰਤਾਂ ਨੂੰ ਵਿਕਾਰਾਂ ਤੋਂ ਆਪ ਬਚਾਉਂਦਾ ਹੈ। ਤਾਈਏ ਸੰਤ ਜਨਾਂ ਦਾ ਆਚਰਣ ਸਦਾ ਪਵਿੱਤਰ ਰਹਿੰਦਾ ਹੈ। ਪ੍ਰਮਾਤਮਾ ਦੀ ਸ਼ਰਨ ਪਏ ਰਹਿਣ ਕਰਕੇ ਉਹ ਨਰਕ ਦੇ ਵਿੱਚ ਨਹੀਂ ਪੈਂਦੇ। ਇਸ ਗੱਲ 'ਤੇ ਸ਼ੁਰੂ ਤੋਂ ਹੀ, ਜਾਂ ਇਹ ਕਹਿ ਲਈਏ ਕਿ ਬਹੁਤ ਲੰਬੇ ਸਮੇਂ ਤੋਂ, ਜਦੋਂ ਤੋਂ ਮਨੁੱਖ ਥੋੜ੍ਹਾ ਜਿਹਾ ਅਕਲਵਾਨ ਹੋਇਆ ਹੈ, ਸੂਝਵਾਨ ਹੋਇਆ ਹੈ, ਥੋੜ੍ਹਾ ਜਿਹਾ ਸੂਝਵਾਨ ਹੋਇਆ ਹੈ, ਉਦੋਂ ਤੋਂ ਗੱਲ ਚੱਲਦੀ ਆ ਰਹੀ ਹੈ, ਵਿਚਾਰ ਵਟਾਂਦਰੇ ਹੁੰਦੇ ਆ ਰਹੇ ਹੈ, ਬਹਿਸ ਚੱਲਦੀ ਆ ਰਹੀ ਹੈ ਵੱਖ ਵੱਖ ਫਿਲਾਸਫਰਾਂ ਦੇ ਵਿੱਚ ਕਿ ਮਨੁੱਖ ਦੇ ਕੋਲ ਫਰੀ ਵਿਲ ਹੈ ਜਾਂ ਨਹੀਂ। ਅਸੀਂ ਸੋਚਦੇ ਹਾਂ ਕਿ ਅਸੀਂ ਸੋਚ ਸਮਝ ਕੇ ਫੈਸਲੇ ਕਰਨ ਵਾਲੇ ਜੀਵ ਹਾਂ, ਕਿ ਸਾਡੇ ਕੋਲ ਅਕਲ ਹੈ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਅਸੀਂ ਉਹਦੇ ਚੰਗੇ ਮਾੜੇ ਪਹਿਲੂ ਵੇਖਦੇ ਹਾਂ, ਵਿਚਾਰਦੇ ਹਾਂ, ਫਿਰ ਅਸੀਂ ਫੈਸਲਾ ਕਰਦੇ ਹਾਂ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਪ੍ਰਮਾਤਮਾ ਆਪ ਹੀ ਸਾਨੂੰ ਸੂਝ ਬਖਸ਼ਦਾ ਹੈ, ਆਪ ਹੀ ਆਤਮਿਕ ਬਲ ਬਖਸ਼ਦਾ ਹੈ, ਆਪ ਹੀ ਸਾਨੂੰ ਸਾਧ ਸੰਗਤ ਦੇ ਵਿੱਚ ਜੋੜਦਾ ਹੈ, ਤਾਂ ਜਿਹੜੇ ਮਨੁੱਖ ਇਹ ਸਮਝਦੇ ਆ ਕਿ ਇਹ ਸਾਰਾ ਕੁਝ ਮਨੁੱਖ ਖੁਦ ਕਰਦਾ ਹੈ, ਉਹ ਔਖੇ ਭਾਰੇ ਵੀ ਹੋ ਸਕਦੇ ਹੈ। ਉਹ ਇਸ ਗੱਲ ਨੂੰ ਮੰਨ ਨਹੀਂ ਸਕਦੇ। ਉਹਨਾਂ ਦੇ ਭਾਅ ਤੇ ਇਹ ਫੈਸਲੇ ਮਨੁੱਖ ਆਪ ਕਰਦਾ। ਉਹਨੇ ਸਾਧ ਸੰਗਤ ਦੇ ਵਿੱਚ ਜੁੜਨਾ ਹੈ ਜਾਂ ਕਿਸੇ ਪਾਪ ਨੂੰ ਕਮਾਉਣਾ ਹੈ, ਇਹ ਤਾਂ ਮਨੁੱਖ ਦੇ ਆਪਣੇ ਆ, ਉਹ ਇਹ ਸੋਚਦੇ। ਪਰ ਗੁਰੂ ਸਾਹਿਬ ਇਹ ਨਹੀਂ, ਤੇ ਉਹ ਕਹਿੰਦੇ ਵੀ ਪ੍ਰਮਾਤਮਾ ਹੀ ਮਨੁੱਖ ਨੂੰ ਪ੍ਰੇਰਿਤ ਕਰਦਾ ਹੈ ਕੁਝ ਵੀ ਕਰਨ ਦੇ ਲਈ, ਅਤੇ ਵਿਗਿਆਨ ਨੇ ਇਹ ਗੱਲਾਂ ਸਾਬਿਤ ਕਰਤੀ। ਹਾਲਾਂਕਿ ਉਹ ਪ੍ਰਮਾਤਮਾ ਨੂੰ ਨਹੀਂ ਮੰਨਦਾ, ਜੋ ਵਿਗਿਆਨ ਹੈ ਪ੍ਰਮਾਤਮਾ ਨੂੰ ਨਹੀਂ ਮੰਨਦਾ। ਉਹ ਵਿਗਿਆਨਕ ਢੰਗ ਨਾਲ ਗੱਲ ਕਰਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਪ੍ਰਮਾਤਮਾ
ਮਨੁੱਖ ਨੂੰ ਪ੍ਰੇਰਿਤ ਕਰਦਾ, ਪਰ ਉਹ ਇੱਕ ਗੱਲ ਨੂੰ ਜ਼ਰੂਰ ਮੰਨਦੇ ਨੇ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮਨੁੱਖ ਪ੍ਰਟੈਂਡ ਬੇਸ਼ੱਕ ਜਿੰਨਾ ਮਰਜ਼ੀ ਕਰੇ, ਉਹ ਆਪਣੇ ਆਪ ਨੂੰ ਬੇਸ਼ੱਕ ਜਿੰਨਾ ਮਰਜ਼ੀ ਸਮਝੀ ਜਾਏ ਕਿ ਮੈਂ ਸੋਚ ਸਮਝ ਕੇ ਫੈਸਲਾ ਲੈ ਰਿਹਾ, ਪਰ ਅਸਲ ਦੇ ਵਿੱਚ ਤੇ ਉਹ ਫੈਸਲਾ ਸੋਚਣ ਸਮਝਣ ਤੋਂ ਪਹਿਲਾਂ ਹੀ ਲੈ ਚੁੱਕਿਆ ਹੁੰਦਾ। ਕਈ ਪ੍ਰਯੋਗ ਜੋ ਹੈ ਵਿਗਿਆਨੀਆਂ ਨੇ ਕੀਤੇ ਕਿ ਇੱਕ ਮਨੁੱਖ ਨੂੰ ਦੋਨੇ ਹੱਥਾਂ ਦੇ ਵਿੱਚ 2 ਸੁੱਚਾਂ ਫੜਾਤੀਆਂ ਅਤੇ ਉਹਨੂੰ ਕਿਹਾ ਕਿ ਤੂੰ ਜਿਹੜੀ ਤੇਰਾ ਦਿਲ ਕਰੇ ਉਹ ਵਾਲੀ ਨੱਪ ਦੇ, ਭਾਵੇਂ ਸੱਜੇ ਪਾਸੇ ਵਾਲੀ ਨੱਪ ਦੇ ਅਤੇ ਭਾਵੇਂ ਖੱਬੇ ਪਾਸੇ ਵਾਲੀ ਨੱਪ। MRI ਸਕੈਨਾਂ ਦੇ ਰਾਹੀਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਕੋਈ ਵੀ ਕੰਮ ਅਸੀਂ ਕਰਦੇ ਪਏ ਹਾਂ, ਕੋਈ ਵਿਚਾਰ ਅਸੀਂ ਸੋਚਦੇ ਪਏ ਹਾਂ, ਤਾਂ ਸਾਡੇ ਦਿਮਾਗ ਦਾ ਕਿਹੜਾ ਹਿੱਸਾ ਜਿਹੜਾ ਹੈ ਉਹ ਐਕਟਿਵ ਹੁੰਦਾ। ਸੋਚ ਸਮਝ ਕੇ ਫੈਸਲਾ ਜਦੋਂ ਅਸੀਂ ਕੋਈ ਕਰਦੇ ਹਾਂ ਤਾਂ ਸਾਡਾ ਇੱਕ ਫਰੰਟਲ ਕੋਰਟੈਕਸ ਹਿੱਸਾ ਉਹ ਐਕਟਿਵ ਹੁੰਦਾ। ਤਾਂ ਹੁਣ ਜਦੋਂ ਉਹਨੇ ਸੁੱਚ ਨੱਪਣੀ ਹੈ ਤਾਂ ਉਹ ਫਰੰਟਲ ਕੋਰਟੈਕਸ ਐਕਟਿਵ ਹੋਣਾ ਚਾਹੀਦਾ ਹੈ, ਲੇਕਿਨ ਉਹਦੇ ਨੱਪਣ ਤੋਂ ਪਹਿਲਾਂ ਹੀ ਵਿਗਿਆਨੀ ਇਹ ਦੱਸ ਸਕਦੇ ਆ ਕਿ ਇਹਨੇ ਕਿਹੜੀ ਸੁੱਚ ਨੱਪੂਗਾ, ਇਹ ਸੱਜੇ ਵਾਲੀ ਨੱਪੂ ਜਾਂ ਖੱਬੇ ਵਾਲੀ ਨੱਪੂ, ਕਿਉਂਕਿ ਉਹਦੇ ਦਿਮਾਗ ਦੇ ਵਿੱਚ ਡੂੰਘਾਈ 'ਤੇ ਕੋਈ ਐਕਟੀਵਿਟੀ ਹੋ ਜਿਹਦੇ ਬਾਰੇ ਉਹਨੂੰ ਵੀ ਨਹੀਂ ਪਤਾ। ਉਹਨੂੰ ਲੱਗਦਾ ਹੈ ਕਿ ਉਹ ਸੋਚ ਕੇ ਨੱਪ ਰਿਹਾ ਹੈ, ਪਰ ਅਸਲ ਦੇ ਵਿੱਚ ਉਹਦੇ ਅੰਦਰ ਆਪਣੇ ਆਪ ਹੀ ਇੱਛਾ ਪੈਦਾ ਹੋ ਰਹੀ ਹੈ ਕਿ ਕਿਹੜੀ ਨੱਪਣੀ ਆ। ਉਸ ਇੱਛਾ ਨੂੰ ਕੰਟਰੋਲ ਨਹੀਂ ਕਰ ਸਕਦਾ। ਜਾਂ ਇੱਕ ਹੋਰ ਛੋਟਾ ਜਿਹਾ ਪ੍ਰਯੋਗ ਜਿਹੜਾ ਅਸੀਂ ਆਪਣੇ ਆਪ 'ਤੇ ਕਰ ਸਕਦੇ। 1 ਮਿੰਟ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਕਿਹੜੀ ਕੋਈ ਸੋਚ ਆਈ, ਉਹਦੇ ਬਾਰੇ ਸੋਚੋ ਅਤੇ ਹੁਣ ਇਹ ਸੋਚ ਕੇ ਵੇਖੋ ਕਿ ਕੀ ਤੁਸੀਂ ਸੋਚਿਆ ਸੀ ਕਿ ਉਹ ਸੋਚ ਤੁਹਾਡੇ ਦਿਮਾਗ ਦੇ ਵਿੱਚ ਆਵੇ, ਜਾਂ ਫਿਰ ਉਹ ਅਚਾਨਕ ਹੀ ਤੁਹਾਡੇ ਦਿਮਾਗ ਦੇ ਵਿੱਚ ਆ ਗਈ। ਕਦੇ ਵੀ ਤੁਰੇ ਫਿਰਦੇ ਆਪਣੇ ਆਪ 'ਤੇ ਇਹ ਪ੍ਰਯੋਗ ਕਰਕੇ ਕਿ ਕੋਈ ਸੋਚ, ਆਪਾਂ ਨੂੰ ਇਹ ਪਤਾ ਹੀ ਹੁੰਦਾ ਕਿ 1 ਮਿੰਟ ਪਹਿਲਾਂ ਆਪਾਂ ਕੀ ਸੋਚੀ ਜਾ ਰਹੇ ਸੀ, ਫਿਰ ਇਹ ਸੋਚਿਓ ਵੀ ਕੀ ਅਸੀਂ ਉਹ ਸੋਚਣਾ ਚਾਹੁੰਦੇ ਸੀ ਜਾਂ ਆਪਣੇ ਆਪ ਅਚਾਨਕ ਹੀ ਕਿਤੋਂ ਹੀ ਉਹ ਖਿਆਲ ਦਿਮਾਗ ਦੇ ਵਿੱਚ ਆ ਗਿਆ। ਸਾਡਾ ਕੰਟਰੋਲ ਨਹੀਂ ਹੈਗਾ ਉਸ ਪ੍ਰੋਸੈਸ 'ਤੇ, ਉਸ ਪ੍ਰਕਿਰਿਆ ਕਿ ਕਿਹੜਾ ਖਿਆਲ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਅਤੇ ਕਿਹੜੇ 'ਤੇ ਅਸੀਂ ਐਕਟ। ਇਹੀ ਗੱਲ ਗੁਰਬਾਣੀ ਕਹਿੰਦੀ ਪਈ ਹੈ। ਮੈਂ ਤਾਂ ਹਮੇਸ਼ਾ ਸੋਚਦਾ, ਮੈਂ ਵਿਗਿਆਨ ਬਹੁਤ ਪੜ੍ਹ ਰਿਹਾ, ਜਿੰਨਾ ਮੈਂ ਪੜ੍ਹ ਰਿਹਾ ਓਨਾ ਮੈਂ ਗੁਰੂ ਨਾਨਕ ਸਾਹਿਬ ਦੇ ਨੇੜੇ ਹੁੰਦਾ ਜਾ ਰਿਹਾ। ਸੁਣਨ ਦੇ ਵਿੱਚ ਅਟਪਟਾ ਲੱਗਦਾ ਹੈ, ਪਰ ਸੱਚਾਈ ਹੈ। ਜਿੰਨਾ ਵਿਗਿਆਨ ਪੜ੍ਹਦਾ ਪਿਆ ਓਨਾ ਹੀ ਗੁਰੂ ਸਾਹਿਬ ਦੇ ਨੇੜੇ ਹੁੰਦਾ ਪਿਆ, ਕਿਉਂਕਿ ਉਹ ਗੱਲਾਂ ਜਿਹੜੀਆਂ ਵਿਗਿਆਨ ਹੁਣ ਲੱਭਦੀ ਪਈ ਹੈ, ਚਲੋ ਠੀਕ ਹੈ, ਉਹਨਾਂ ਦੇ ਕਹਿਣ ਦਾ ਢੰਗ ਵੱਖਰਾ ਹੈ, ਗੁਰੂ ਸਾਹਿਬ ਦੇ ਕਹਿਣ ਦਾ ਢੰਗ ਵੱਖਰਾ ਹੈ। ਗੁਰੂ ਸਾਹਿਬ ਨੇ ਹਰ ਗੱਲ ਪਰਮਾਤਮਾ ਦੇ ਨਾਲ ਜੋੜ ਕੇ ਦੱਸੀ ਹੈ, ਪਰ ਜੋ ਸੱਚਾਈ ਆ ਉਹ ਸੇਮ ਹੀ ਰਹਿੰਦੀ ਆ, ਉਹ ਉਹੀ ਹੈ ਜੋ ਗੁਰੂ। ਅੱਗੇ ਚੱਲਦੇ ਹਾਂ। ਆਸਾ ਮਹਿਲਾ ਪੰਜਵਾਂ। ਵੰਜ ਮੇਰੇ ਆਲਸਾ ਹਰ ਪਾਸ ਬੇਨੰਤੀ। ਹੇ ਮੇਰੇ ਆਲਸ ਚਲਾ ਜਾ, ਮੇਰਾ ਖਹਿੜਾ ਛੱਡ ਦੇ। ਹੇ ਸਖੀ ਮੈਂ ਪਰਮਾਤਮਾ ਪਾਸ ਬੇਨਤੀ ਕਰਦੀ ਹਾਂ ਕਿ ਮੇਰਾ ਆਲਸ ਦੂਰ ਹੋ ਜਾਏ। ਰਾਵੋ ਸ਼ੋ ਆਪਨੜਾ ਪ੍ਰਭ ਸੰਗ ਸੁਹੰਤੀ। ਜਿਉਂ-ਜਿਉਂ ਮੈਂ ਆਪਣੇ ਪਿਆਰੇ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੀ ਹਾਂ, ਤਿਉਂ-ਤਿਉਂ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਮੇਰਾ ਜੀਵਨ ਸੋਹਣਾ ਬਣਦਾ ਜਾ ਰਿਹਾ ਹੈ। ਸੰਗੇ ਸੁਹੰਤੀ ਕੰਤ ਸੁਆਮੀ ਦਿਨ ਸਰੈਣੀ ਰਾਵੀਆ। ਹੇ ਸਖੀ ਉਸ ਖਸਮ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਜਿਹੜੀ ਜੀਵ ਇਸਤਰੀ ਸੁਆਮੀ ਕੰਤ ਦੇ ਚਰਨਾਂ ਵਿੱਚ ਜੁੜਦੀ ਹੈ, ਉਹਦਾ ਜੀਵਨ ਸੋਹਣਾ ਬਣ ਜਾਂਦਾ। ਸਾਸ ਸਾਸ ਚਿਤਾਰ ਜੀਵਾਂ ਪ੍ਰਭ ਪੇਖ ਹਰ ਗੁਣ ਗਾਵੀਐ। ਹਰੇਕ ਸਾਹ ਦੇ ਨਾਲ ਪ੍ਰਭੂ ਨੂੰ ਸਿਮਰ ਕੇ, ਪ੍ਰਭੂ ਦਾ ਦਰਸ਼ਨ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੋ ਰਿਹਾ ਹੈ। ਹੇ ਸਖੀ ਉਸ ਹਰੀ ਦੇ ਗੁਣ ਸਦਾ ਗਾਣੇ ਚਾਹੀਦੇ ਹਨ। ਬਿਰਹਾ ਲਜਾਇਆ ਦਰਸ਼ ਪਾਇਆ ਅਮਿਓ ਦ੍ਰਿਸ਼ਟ ਸਿੰਚੰਤੀ। ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਪ੍ਰਭੂ ਨੇ ਆਪਣੀ ਨਿਗਾਹ ਨਾਲ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਿੰਜਿਆ, ਉਸਨੇ ਪ੍ਰਭੂ ਪਤੀ ਦਾ ਦਰਸ਼ਨ ਕਰ ਲਿਆ। ਉਹਦੇ ਅੰਦਰੋਂ ਪ੍ਰਭੂ ਚਰਨਾਂ ਤੋਂ ਵਿਛੋੜਾ ਦੂਰ ਹੋ ਗਿਆ। ਬਿਨਵੰਤ ਨਾਨਕ ਮੇਰੀ ਇੱਛ ਪੁੰਨੀ ਮਿਲੇ ਜਿਸ ਖੁਜੰਤੀ। ਨਾਨਕ ਬੇਨਤੀ ਕਰਦਾ ਹੈ ਤੇ ਆਖਦਾ ਹੈ, ਹੇ ਸਖੀ ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ। ਮੈਨੂੰ ਉਹ ਪ੍ਰਭੂ ਮਿਲ ਪਿਆ ਜਿਸ ਨੂੰ ਮੈਂ ਭਾਲ ਰਹੀ ਸਾਂ। ਨਸ ਵੰਜੋ ਕਿਲ ਬਿਖੋ ਕਰਤਾ ਘਰ ਆਇਆ। ਦੂਤਾਂ ਦਹਿਨ ਭਇਆ ਗੋਵਿੰਦ ਪ੍ਰਗਟਾਇਆ। ਹੇ ਪਾਪੋ ਮੇਰੇ ਹਿਰਦੇ ਘਰ ਵਿੱਚ ਮੇਰਾ ਕਰਤਾਰ ਆ ਵਸਿਆ ਹੈ, ਤੁਸੀਂ ਹੁਣ ਚਲੇ ਜਾਓ। ਬਲਕਿ ਪਾਪਾਂ ਨੂੰ ਤੇ ਇਹ ਕਹਿਣ ਦੀ ਲੋੜ ਹੀ ਨਹੀਂ ਕਿ ਤੁਸੀਂ ਚਲੇ ਜਾਓ, ਜਦੋਂ ਕਰਤਾਰ ਸਾਡੇ ਹਿਰਦੇ ਵਿੱਚ ਆ ਵਸਿਆ
ਤੇ ਪਾਪਾਂ ਨੇ ਆਪਣੇ ਆਪ ਹੀ ਨੱਸ ਜਾਣਾ ਹੈ। ਗੁਰੂ ਸਾਹਿਬ ਥੋੜ੍ਹਾ ਜਿਹਾ ਉਹਨਾਂ ਨੂੰ ਹਲੂਣਾ ਦੇ ਰਹੇ ਨੇ ਕਿ ਤੁਸੀਂ ਚਲੇ ਜਾਓ। ਦੂਤਾਂ ਦਹਿਨ ਭਇਆ ਗੋਬਿੰਦ ਪ੍ਰਗਟਾਇਆ, ਹੈ ਭਾਈ ਜਿਸ ਹਿਰਦੇ ਵਿੱਚ ਗੋਬਿੰਦ ਪ੍ਰਗਟ ਹੋ ਜਾਏ ਤੇ ਵਿਕਾਰ ਵੈਰੀਆਂ ਦਾ ਨਾਸ ਹੋ ਜਾਂਦਾ ਹੈ। ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਸਾਧ ਸੰਗ ਵਖਾਣਿਆ, ਤੇ ਪਿਆਰੇ ਗੋਪਾਲ ਗੋਬਿੰਦ ਜੀ ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦੇ ਹਨ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਗੋਬਿੰਦ ਦੀ ਸਿਫਤ ਸਲਾਹ ਕਰਦਾ ਹੈ। ਆਚਰਜ ਡੀਠਾ ਅਮਿਓ ਊਠਾ, ਗੁਰ ਪ੍ਰਸਾਦੀ ਜਾਣਿਆ, ਜਿਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਗੋਬਿੰਦ ਨਾਲ ਡੂੰਘੀ ਸਾਂਝ ਪਾਉਂਦਾ ਹੈ, ਉਹ ਆਪਣੇ ਅੰਦਰ ਇੱਕ ਹੈਰਾਨ ਕਰਨ ਵਾਲਾ ਤਮਾਸ਼ਾ ਵੇ। ਕੀ ਹੈ ਉਹ ਤਮਾਸ਼ਾ? ਮਨ ਸ਼ਾਂਤ ਆਈ ਵੱਜੀ ਵਧਾਈ, ਨਹਾ ਅੰਤ ਜਾਈ ਪਾਇਆ। ਉਹਦੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆ ਵਸਦਾ ਹੈ। ਉਹਦੇ ਮਨ ਵਿੱਚ ਬੇਅੰਤ ਠੰਡ ਪੈ ਜਾਂਦੀ ਹੈ, ਸ਼ਾਂਤੀ ਵਰਤ ਜਾਂਦੀ ਹੈ, ਉਹਦੇ ਅੰਦਰ ਚੜ੍ਹਦੀ ਕਲਾ ਬਣ ਜਾਂਦੀ। ਬਿਨਵੰਤ ਨਾਨਕ ਸੁਖ ਸਹਿਜ ਮੇਲਾ, ਪ੍ਰਭ ਆਪ ਬਣਾਇਆ। ਨਾਨਕ ਬੇਨਤੀ ਕਰਦਾ ਹੈ, ਹੇ ਭਾਈ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ ਉਸ ਨੂੰ ਪ੍ਰਭੂ ਆਪ ਹੀ ਆਨੰਦਮਈ ਆਤਮਿਕ ਅਡੋਲਤਾ ਵਿੱਚ ਟਿਕਾਉਂਦਾ ਹੈ, ਆਪ ਹੀ ਆਪਣੇ ਨਾਲ ਮਿਲਾਉਂਦਾ ਹੈ। ਨਰਕ ਨਾ ਡੀਠੜਿਆ ਸਿਮਰਤ ਨਾਰਾਇਣ, ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਉਹਨੂੰ ਨਰਕ ਨਹੀਂ ਵੇਖਣੇ। ਇਸ ਪੰਕਤੀ ਦੇ ਵਿੱਚ ਮੌਤ ਤੋਂ ਬਾਅਦ ਵਾਲੇ ਨਰਕਾਂ ਦੀ ਗੱਲ ਨਹੀਂ, ਇਸੇ ਜੀਵਨ ਦੇ ਵਿੱਚ ਨਰਕਮਈ ਪਲ ਜਿਹੜੇ ਹਨ ਉਹਨਾਂ ਦੀ ਗੱਲ। ਜਦੋਂ ਅਸੀਂ ਅਸ਼ਾਂਤ ਹਾਂ ਅਸੀਂ ਨਰਕ ਦੇ ਵਿੱਚ। ਜਿਹੜਾ ਮਨੁੱਖ ਗੋਬਿੰਦ ਨਾਲ ਸਾਂਝ ਪਾ ਲਵੇ, ਪਰਮਾਤਮਾ ਦਾ ਸਿਮਰਨ ਕਰੇ, ਉਹਦੇ ਜੀਵਨ ਦੇ ਵਿੱਚ ਇਹ ਨਰਕਾਂ ਰੂਪ ਪਲ ਨਹੀਂ ਆਉਂਦੇ। ਜੈ ਜੈ ਧਰਮ ਕਰੇ ਦੂਤ ਭਏ ਪਲਾਇਣ, ਧਰਮਰਾਜ ਵੀ ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ। ਧਰਮ ਧੀਰਜ ਸਹਿਜ ਸੁਖੀਏ, ਸਾਧ ਸੰਗਤ ਹਰ ਭਜੇ। ਸਾਧ ਸੰਗਤ ਵਿੱਚ ਪਰਮਾਤਮਾ ਦਾ ਭਜਨ ਕਰਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ, ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ, ਧੀਰਜ ਪ੍ਰਾਪਤ ਹੋ ਜਾਂਦਾ ਤੇ ਆਤਮਿਕ ਅਡੋਲਤਾ ਮਿਲ ਜਾਂਦੀ। ਕਰ ਅਨੁਗ੍ਰਹਿ ਰਾਖ ਲੀਨੇ, ਮੋਹ ਮਮਤਾ ਸਭ ਤਜੇ। ਪਰਮਾਤਮਾ ਮਿਹਰ ਕਰਕੇ ਉਹਨਾਂ ਨੂੰ ਵਿਕਾਰਾਂ ਵੱਲੋਂ ਰੱਖ ਲੈਂਦਾ ਹੈ, ਉਹਨਾਂ ਦੇ ਅੰਦਰੋਂ ਮੋਹ ਮਮਤਾ ਦੂਰ ਹੋ ਜਾਂਦੇ। ਗਹਿ ਕੰਠ ਲਾਏ ਗੁਰ ਮਿਲਾਏ, ਗੋਬਿੰਦ ਜਪਤ ਅਕਾਇਣ। ਜਿਨ੍ਹਾਂ ਨੂੰ ਪ੍ਰਮਾਤਮਾ ਗੁਰੂ ਦੇ ਰਾਹੀਂ ਆਪਣੇ ਨਾਲ ਮਿਲਾਉਂਦਾ ਹੈ, ਬਾਹੋਂ ਫੜ ਕੇ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ, ਪ੍ਰਮਾਤਮਾ ਦਾ ਨਾਮ ਜਪ ਕੇ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੇ। ਬਿਨਵੰਤ ਨਾਨਕ ਸਿਮਰ ਸੁਆਮੀ, ਸਗਲ ਆਸ ਪੁਜਾਇਣ। ਨਾਨਕ ਬੇਨਤੀ ਕਰਦਾ ਹੈ ਉਹ ਮਨੁੱਖ ਮਾਲਕ ਪ੍ਰਭੂ ਦਾ ਸਿਮਰਨ ਕਰਕੇ ਆਪਣੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਲੈਂਦੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 460ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਉਮੀਦ ਕਰਦੇ ਹਾਂ ਕਿ ਪਾਪਾਂ ਦੇ ਬਾਰੇ 'ਚ, ਨਰਕੀ ਜੀਵਨ ਦੇ ਬਾਰੇ 'ਚ ਜੋ ਵੀ ਅੱਜ ਦੀ ਗੁਰਬਾਣੀ ਦੇ ਵਿੱਚ ਲਿਖਿਆ ਤੁਹਾਡੇ ਹਿਰਦਿਆਂ ਦੇ ਉੱਪਰ ਜ਼ਰੂਰ ਅਸਰ ਕਰੇਗਾ। ਵਿਗਿਆਨਕ ਪੱਖ ਤੋਂ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਕਿ ਕਿਵੇਂ ਅਸੀਂ ਜਿੰਨਾ ਮਰਜ਼ੀ ਸੋਚ ਲਈਏ ਕਿ ਅਸੀਂ ਸੋਚ ਸਮਝ ਕੇ ਫੈਸਲੇ ਕਰਦੇ ਹਾਂ, ਪਰ ਇਹ ਫੈਸਲੇ ਜਿਹੜੇ ਨੇ ਸਾਡੇ ਅੰਦਰੋਂ ਉਤਪੰਨ ਹੁੰਦੇ ਆ। ਸਾਡਾ ਬਹੁਤ ਸਾਰੀਆਂ ਸੋਚਾਂ ਤੇ, ਬਹੁਤ ਸਾਰੇ ਖਿਆਲਾਂ ਤੇ, ਬਹੁਤ ਸਾਰੇ ਵਿਚਾਰਾਂ ਤੇ ਜੋ ਸਾਡੇ ਅੰਦਰ ਪੈਦਾ ਹੁੰਦੇ ਆ, ਕੋਈ ਬਹੁਤਾ ਅਖਤਿਆਰ ਨਹੀਂ, ਕੰਟਰੋਲ ਨਹੀਂ ਹੈਗਾ। ਗੁਰੂ ਸਾਹਿਬ ਨੇ ਇਹ ਗੱਲਾਂ 5 ਸਦੀਆਂ ਪਹਿਲਾਂ ਕਹਿ ਦਿੱਤੀਆਂ ਸਨ ਤੇ ਵਿਗਿਆਨ ਅੱਜ ਦੇ ਵਿਗਿਆਨਕ ਢੰਗਾਂ ਦੇ ਨਾਲ ਇਹਨਾਂ ਗੱਲਾਂ ਦੀ ਪੁਸ਼ਟੀ ਕਰਦੀ ਪਈ ਹੈ। ਤੁਸੀਂ ਵੀ ਜਿੰਨਾ ਵਿਗਿਆਨ ਜੇ ਪੜ੍ਹੋਗੇ, ਉਮੀਦ ਹੈ ਗੁਰੂ ਸਾਹਿਬ ਦੇ ਉਨਾ ਹੀ ਨੇੜੇ ਹੋ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ